ਮਲੂਕ ਚੰਦ ਕਲੇਰ। ਅੱਜ 30 ਅਗਸਤ 2021 ਨੂੰ ਮੈਂ ਆਪ ਜੀ ਦੇ ਰੂਬਰੂ ਹੋ ਰਿਹਾ ਹਾਂ। ਮੇਰਾ ਪਿੰਡ ਸਰਹਾਲੀ, ਤਹਿਸੀਲ ਫਲੌਰ, ਜ਼ਿਲ੍ਹਾ ਜਲੰਧਰ ਹੈ। ਮੇਰਾ ਜਨਮ 15 ਅਕਤੂਬਰ 1954 ਨੂੰ ਪਿਤਾ ਚੌਧਰੀ ਜਗਤ ਰਾਮ ਅਤੇ ਮਾਤਾ ਬੀਬੀ ਈਸਰੀ ਦੇ ਘਰ ਇੱਕ ਸਧਾਰਨ ਪਰ ਮਿਹਨਤਕਸ਼ ਪਰਿਵਾਰ ਵਿੱਚ ਹੋਇਆ। ਪ੍ਰਾਇਮਰੀ ਤੱਕ ਦੀ ਵਿੱਦਿਆ ਮੈਂ ਆਪਣੇ ਪਿੰਡ ਦੇ ਸਕੂਲ ਤੋਂ ਕੀਤੀ ਅਤੇ ਮੈਟ੍ਰਿਕ ਮੈਂ 70-71 ਵਿੱਚ ਸਮਰਾਏ ਜੰਡਿਆਲਾ ਸਕੂਲ ਤੋਂ ਕੀਤੀ। ਉਸ ਤੋਂ ਬਾਅਦ ਮੈਂ ਰਾਮਗੜੀਆ ਕਾਲਜ ਵਿੱਚ ਦਾਖਲ ਹੋ ਗਿਆ, ਪਰ ਕੁਝ ਕਾਰਨਾਂ ਕਰਕੇ ਮੈਂ ਪੜ੍ਹਾਈ ਜਿਹੜੀ ਸੀ ਉਹ ਵਿੱਚ ਅਧੂਰੀ ਛੱਡ ਦਿੱਤੀ ਅਤੇ ਉਸ ਤੋਂ ਬਾਅਦ ਮੈਂ ਗਿਆਨੀ ਪਾਸ ਕਰ ਲਈ, OT ਕਰ ਲਈ ਅਤੇ ਪੰਜਾਬੀ ਅਧਿਆਪਕ ਲੱਗ ਗਿਆ 20/4/78 ਨੂੰ। ਅਤੇ ਉਸ ਤੋਂ ਬਾਅਦ ਫਿਰ ਮੈਂ ਸੋਚਿਆ ਵੀ ਪੜ੍ਹਾਈ ਨੂੰ ਮੈਂ ਕੰਪਲੀਟ ਕਰਨਾ, ਪੂਰੀ ਕਰਨਾ ਹੈ। ਅਧਿਆਪਕ ਦਾ ਮਤਲਬ ਹੈ ਵੀ ਪੜ੍ਹਦੇ ਰਹਿਣਾ। ਜੇ ਇੱਕ ਸਫਲ ਅਧਿਆਪਕ ਬਣਨਾ, ਉਹਨੂੰ ਸਾਰੀ ਉਮਰ ਵਿਦਿਆਰਥੀ ਰਹਿਣਾ ਪੈਣਾ ਹੈ, ਅਤੇ ਜੇ ਲੇਖਕ ਬਣਨਾ ਹੈ ਤਾਂ ਸਾਰੀ ਉਮਰ ਉਹਨੂੰ ਪਾਠਕ ਰਹਿਣਾ ਪੈਣਾ ਹੈ। ਸੋ ਇਸ ਕਰਕੇ ਮੈਂ ਆਪਣੀ ਸਰਵਿਸ ਦੇ ਦੌਰਾਨ ਹੀ BA ਕੀਤੀ, B.Ed ਕੀਤੀ, MA ਹਿਸਟਰੀ ਕੀਤੀ। ਪੰਜਾਬੀ ਟੀਚਰ ਤੋਂ ਬਾਅਦ ਲੈਕਚਰਰ ਹਿਸਟਰੀ ਬਣਿਆ। ਫਿਰ 5 ਸਾਲ ਲਗਭਗ ਮੈਂ ਸੀਨੀਅਰ ਸੈਕੰਡਰੀ ਸਕੂਲ ਦਾ ਪ੍ਰਿੰਸੀਪਲ ਵੀ ਬਣਿਆ। ਇਸ ਸਮੇਂ ਦੌਰਾਨ ਮੈਂ ਜਿੱਥੇ ਪ੍ਰਸ਼ਾਸਨਕ ਪ੍ਰਬੰਧਕੀ ਆਧਾਰ 'ਤੇ ਕੰਮ ਕੀਤਾ, ਉੱਥੇ ਮੈਂ ਪੰਜਾਬੀ ਅਤੇ ਹਿਸਟਰੀ +2 ਤੱਕ ਪੜ੍ਹਾਈ ਆ। ਇਹ ਮੇਰਾ ਸਾਰਾ ਜੀਵਨ ਕੈਰੀਅਰ ਹੈ। ਉਸ ਤੋਂ ਬਾਅਦ ਪੰਜਾਬੀ ਜਦੋਂ ਮੈਂ ਘਰ ਵਿੱਚ ਪੜ੍ਹਨਾ ਸ਼ੁਰੂ ਕੀਤਾ ਤਾਂ ਨਾਲ ਮੈਂ ਘਰਦਿਆਂ ਦਾ ਕੰਮ ਵਿੱਚ ਹੱਥ ਵਟਾਉਣਾ ਵੀ ਸ਼ੁਰੂ ਕਰ ਦਿੱਤਾ। ਜਦੋਂ ਮੈਂ ਅਧਿਆਪਕ ਲੱਗ ਗਿਆ ਤਾਂ ਮੈਂ ਪੜ੍ਹਨਾ ਸ਼ੁਰੂ ਕਰ ਦਿੱਤਾ। ਜਦੋਂ ਮੈਂ ਸੇਵਾ ਮੁਕਤ ਹੋ ਗਿਆ, ਕੈਨੇਡਾ ਆ ਗਿਆ, ਫਿਰ ਮੈਂ ਪੜ੍ਹਨ ਲੱਗ ਪਿਆ ਅਤੇ ਲਿਖਣ ਲੱਗ ਪਿਆ। ਇਹ ਮੇਰਾ ਸੀਗਾ। ਇਹ ਮੇਰਾ ਜਿਹੜਾ ਸਾਰਾ ਹੀ ਕੈਰੀਅਰ ਜਾਂ ਇਹ ਮੇਰਾ ਜਿਹੜਾ ਇੱਕ ਜੀਵਨ ਪਿਛੋਕੜ ਹੈ, ਉਹ ਮੇਰਾ ਸਾਰਾ ਸਾਹਿਤ ਦਾ ਰੂਪ ਧਾਰਨ ਕਰ ਗਿਆ। 20/4/78 ਨੂੰ ਮੈਂ ਨੌਕਰੀ ਵਿੱਚ ਆਇਆ ਸੀ ਅਤੇ ਉਸ ਤੋਂ ਬਾਅਦ ਮੇਰੀ ਜਿਹੜੀ ਸ਼ਾਦੀ ਆ ਉਹ ਮਾਇਆ ਰਾਣੀ ਨਾਲ ਹੋਈ 10 ਅਕਤੂਬਰ ਨੂੰ। ਅਤੇ 1979 ਨੂੰ ਮੇਰੇ 3 ਬੱਚੇ ਵੀ ਆ। ਇਹ ਵੱਡਾ ਬੇਟਾ ਆ ਮਨਦੀਪ, ਅਤੇ ਬੇਟੀ ਆ ਮੋਨਿਕਾ, ਰਮਨੀ, ਅਤੇ ਇੱਥੇ ਮੇਰੀ ਜਿਹੜੀ ਨੂੰਹ ਆ ਉਹ ਹਰਜੀਤ ਕੌਰ ਆ, ਅਤੇ ਪੋਤਾ ਪੋਤੀ, ਦੋਤਾ ਦੋਤੀ ਮੇਰੇ ਜਿਹੜੇ ਹੈਗੇ ਆ ਉਹ ਜੀਵਨ ਬੰਗੜ ਆ, ਦਮਾਦ ਹੈ, ਵਿਕਰਮਜੀਤ ਹੈ, ਦਮਾਦ ਹੈ। ਇਹ ਇਸ ਤਰ੍ਹਾਂ ਮੇਰੇ ਪੋਤਾ ਜਿਹੜਾ ਉਹ ਹੈਗਾ ਆ ਯੁਵਰਾਜ, ਅਤੇ ਪੋਤੀ ਜੈਸਿਕਾ, ਅਤੇ ਦੋਤਾ ਨੀਰਵ, ਅਤੇ ਦੋਤੀ ਨੈਨਿਕਾ। ਸੋ ਇਹ ਸਾਰਾ ਕੁਛ ਮੇਰਾ ਜਿਹੜਾ ਜੀਵਨ ਦਾ ਆਧਾਰ ਆ, ਮੈਂ ਆਪਣੇ ਪਾਤਰਾਂ ਦੇ ਰੂਪ ਵਿੱਚ ਲਿਆਉਣਾ ਆ। ਉਹ ਮੇਰਾ ਜਿਹੜਾ ਇੱਕ ਜੀਵਨ ਕਹਾਣੀ ਆ, ਮੈਂ ਸਭ ਤੋਂ ਪਹਿਲਾਂ ਲਿਖਣ ਵੱਲ ਆਇਆ ਵੀ ਮੇਰਾ ਜਿਹੜਾ ਜੀਵਨ ਆ ਉਹਨੂੰ ਮੈਂ ਆਪਣੀ ਸਵੈ ਜੀਵਨੀ ਦੇ ਰੂਪ ਵਿੱਚ ਲਿਖਾਂ। ਸਵੈ ਜੀਵਨੀ ਦਾ ਮਤਲਬ ਮੈਂ ਫਿਰ ਕੋਰੇ ਘੜੇ ਦਾ ਪਾਣੀ ਸਵੈ ਜੀਵਨੀ ਸੇਵਾ ਮੁਕਤ ਹੋ ਕੇ ਲਿਖੀ, ਜੋ ਚੰਡੀਗੜ੍ਹ ਤੋਂ ਛਪੀ, ਲੋਕ ਗੀਤ ਪ੍ਰਕਾਸ਼ਨ ਚੰਡੀਗੜ੍ਹ ਤੋਂ 2008 ਵਿੱਚ। ਉਹਦੇ ਵਿੱਚ ਮੈਂ ਆਪਣਾ ਜਿਹੜਾ 54 ਸਾਲ ਦਾ ਜੀਵਨ ਸੀ ਉਹ ਕਿਵੇਂ ਬਤੀਤ ਕੀਤਾ, ਸਿੱਖਿਆ ਭਾਗ ਵਿੱਚ ਅਤੇ ਗ੍ਰਸਤੀ ਜੀਵਨ ਵਿੱਚ। ਉਹਦੇ ਵਿੱਚ ਮੈਂ ਆਪਣਾ ਪਿਛੋਕੜ ਜਿਹੜਾ ਆਪਣੇ ਬਜ਼ੁਰਗਾਂ ਤੋਂ ਲਿਆ, ਪੁਰਖਿਆਂ ਤੋਂ ਲਿਆ, ਵੀ ਉਹਨਾਂ ਨੂੰ ਪੜ੍ਹਨਾ ਤਾਂ ਚਾਹੁੰਦੇ ਸੀ ਪਰ ਕੰਮਾਂ ਕਾਰਾਂ ਵਿੱਚ ਪੜ੍ਹਨ ਦੇ ਮੌਕੇ ਨਹੀਂ ਮਿਲੇ। ਇੱਕ ਤਾਂ ਮੇਰੇ ਅੰਦਰ ਸੀ ਵੀ ਮੈਂ ਉਹਨਾਂ ਦੀ ਜਿਹੜੀ ਰਹਿ ਗਈਆਂ ਇੱਛਾਵਾਂ ਪੜ੍ਹਨ ਦੀਆਂ ਉਹ ਮੈਂ ਪੂਰੀਆਂ ਕਰਾਂਗਾ। ਸੋ ਇਹ ਸਾਰਾ ਮੇਰਾ ਇੱਕ ਸਾਹਿਤ ਦਾ ਰੂਪ ਹੀ ਬਣ ਗਿਆ ਵੀ ਮਨੁੱਖ ਨੂੰ ਇੱਕ ਸਿਰੜੀ ਸਿਦਕੀ ਰਹਿਣ ਲਈ ਆਪਣੇ ਸਮੇਂ 'ਤੇ ਜਿਹੜੇ ਹੈ ਆਪਣੇ ਸਰੋਕਾਰ ਹੈ ਜਾਂ ਸਮਾਜ ਨਾਲ ਜੁੜੇ ਰਹਿਣਾ, ਅੱਛੇ ਸ਼ਬਦ ਬੋਲਣੇ ਜਾਂ ਅੱਛੇ ਸ਼ਬਦ ਜਿਹੜੇ ਪੁਰਾਣੇ ਸਾਡੇ ਪੁਰਖਿਆਂ ਨੇ ਜਿਹੜੀਆਂ ਨੀਹਾਂ, ਜਿਹੜੀਆਂ ਕੱਚੀਆਂ ਪੈੜਾਂ ਪਾਈਆਂ ਸੀ ਉਹਨਾਂ 'ਤੇ ਸ਼ਾਹ ਮਾਰਗ ਬਣਾਉਣੇ। ਇਹ ਮੈਂ ਆਪਣੇ ਸਾਰਾ ਜਿਹੜਾ ਸੀ ਉਹ ਸਵੈ ਜੀਵਨੀ ਕੋਰੇ ਘੜੇ ਦੇ ਪਾਣੀ ਵਿੱਚ ਜੋ ਲਿਖੀ, ਉਹ ਮੈਨੂੰ ਸੰਤੁਸ਼ਟੀ ਮਿਲੀ ਵੀ ਮੈਂ ਆਪਣਾ ਸਭ ਤੋਂ ਪਹਿਲਾਂ ਸਵੈ ਜੀਵਨੀ ਸਾਂਭਣੀ, ਵੀ ਆਪਣਾ ਜੇ ਇਤਿਹਾਸ ਸਾਂਭ ਲਈਏ ਫਿਰ ਉਹ ਸਾਡਾ ਇੱਕ ਮੰਚ ਬਣ ਜਾਂਦਾ ਹੈ। ਉਹ ਮੰਚ ਬਣਨ ਨਾਲ ਫਿਰ ਅਸੀਂ ਉਹਦੇ ਉੱਤੇ ਹੋਰ ਅੱਗੇ ਤੋਂ ਅੱਗੇ ਜਾ ਸਕਦੇ ਹਾਂ। ਅਤੇ ਉਹ ਮੇਰੇ ਪਿਤਾ ਜੀ ਜਿਹੜੇ ਉਹ ਖੱਡੀ ਦਾ ਕੰਮ ਕਰਦੇ ਸੀ, ਨਾਲੇ ਖੇਤੀਬਾੜੀ ਕਰਦੇ ਸੀ। ਦੇਖੋ ਇੱਕ ਤੰਦ ਜੋੜ ਕੇ ਉਹਨਾਂ ਨੇ ਬੁਣਿਆ, ਵੀਵਰ ਸੀ ਉਹ, ਅਤੇ ਇਸ ਤਰ੍ਹਾਂ ਬੁਣਕਰ ਸੀ। ਮੈਂ ਸੋਚਿਆ ਵੀ ਇੱਕ ਤੰਦ ਜੋੜ ਕੇ ਕਿਉਂ ਨਹੀਂ ਜ਼ਿੰਦਗੀ ਅਸੀਂ ਨੂੰ ਅੱਗੇ ਲਿਜਾ ਸਕਦੇ। ਜਦੋਂ ਇੱਕ ਤੰਦ ਜੋੜਦੇ ਹਾਂ, ਟੁੱਟੀ ਕਈ ਵਾਰੀ ਉਹਨਾਂ ਦੀ ਤਾਣੀ ਟੁੱਟ ਜਾਂਦੀ, ਉਹ ਫੇਰ ਗੰਢ ਲੈਂਦੇ ਸੀਗੇ। ਅਤੇ ਅਸੀਂ ਵੀ ਆਪਣੀਆਂ ਜਿਹੜੀਆਂ ਸਾਰੀਆਂ ਕੱਲੀਆਂ ਜਿਹੜੀਆਂ ਗੱਲਾਂ ਦਿਨ ਬਾਈ ਦਿਨ ਜੇ ਜੋੜ ਕੇ ਅੱਗੇ ਵਧਾਂਗੇ ਅਤੇ ਉਹ ਪਿਛਲੀਆਂ ਗੱਲਾਂ ਵੀ ਜੋੜਾਂਗੇ, ਨਵੀਆਂ ਵੀ ਜੋੜਾਂਗੇ। ਇਹ ਸਾਡਾ ਪਿਛਲਾ ਜਿਹੜਾ ਇਤਿਹਾਸ ਆ
ਉਹ ਸਾਡਾ ਅੱਜ ਵਿੱਚ ਅਸੀਂ ਸੋਚਾਂਗੇ। ਅੱਜ ਤੇ ਇਤਿਹਾਸ ਤੇ ਵਰਤਮਾਨ ਇਹ ਮਿਲ ਕੇ ਦੋਨੇ ਸਾਡਾ ਭਵਿੱਖ ਬਣ ਜਾਂਦਾ ਹੈ। ਸੋ ਇਹ ਗੱਲਾਂ ਮੈਂ ਜਿਹੜੀਆਂ ਸੀਗੀਆਂ ਸਾਹਿਤ ਦੇ ਰੂਪ ਵਿੱਚ ਸਾਰੀਆਂ ਲਿਆਂਦੀਆਂ ਵੀ ਮਨੁੱਖ ਨੂੰ ਹਾਰ ਨਹੀਂ ਮੰਨਣੀ ਚਾਹੀਦੀ। ਹਾਰ ਜਾਣਾ ਹੋਰ ਗੱਲ ਆ, ਹਾਰ ਮੰਨਣੀ ਨਹੀਂ ਚਾਹੀਦੀ, ਸਦਾ ਅੱਗੇ ਤੋਂ ਅੱਗੇ ਵਧਣਾ ਚਾਹੀਦਾ। ਇਹ ਗੱਲਾਂ ਮੈਂ ਪੜ੍ਹਾਉਂਦਾ ਰਿਹਾ, ਇਹ ਆਪਣੇ ਜੀਵਨ 'ਤੇ ਲਾਗੂ ਕੀਤੀਆਂ। ਦਸ਼ਾ ਮਨੁੱਖ ਦੀ ਕੋਈ ਵੀ ਹੋਵੇ, ਦਸ਼ਾ ਕੋਈ ਵੀ ਹੋਵੇ ਕੰਡੀਸ਼ਨ, ਪਰ ਦਿਸ਼ਾ ਬਦਲੀ ਜਾ ਸਕਦੀ ਹੈ। ਦਸ਼ਾ ਅਤੇ ਦਿਸ਼ਾ ਉਹ ਤੁਸੀਂ ਬਦਲ ਸਕਦੇ ਹੋ। ਮਨੁੱਖ ਦੇ ਹੱਥ ਵਿੱਚ ਆ ਇੱਕ ਨਾਇਕ ਸ਼ਬਦ ਆ, ਹਰ ਮਨੁੱਖ ਦੇ ਅੰਦਰ ਇੱਕ ਨਾਇਕ ਪੈਦਾ ਹੋ ਜਾਂਦਾ। ਉਹ ਜਦੋਂ ਨਾਇਕ ਪੈਦਾ ਹੋ ਜਾਂਦਾ, ਜਦੋਂ ਸਾਨੂੰ ਉਹ ਦਿਸਣ ਲੱਗ ਪੈਂਦਾ, ਉਹਨੇ ਅਸੀਂ ਕਹਿ ਦਿੰਦੇ ਤੀਜੀ ਅੱਖ ਆ। ਦੋ ਤਾਂ ਆਮ ਅੱਖਾਂ ਹੈਗੀਆਂ, ਉਹ ਤੀਜੀ ਅੱਖ ਜਦੋਂ ਸਾਡੇ ਅੰਦਰੋਂ ਸਵੈ ਵਿਸ਼ਵਾਸ, ਕੁਝ ਕਰਨ ਦੀ, ਕੁਝ ਅੱਗੇ ਵਧਣ ਦੀ, ਕੁਝ ਸਿੱਖਣ ਦੀ, ਕੁਝ ਆਮ ਲੋਕਾਂ ਨੂੰ ਮਿਲਣ ਦੀ, ਮੀਡੀਏ ਵਿੱਚ ਜਾਣ ਦੀ, ਇਹ ਸਾਰੀਆਂ ਗੱਲਾਂ ਜਿਹੜੀਆਂ ਆ ਸਾਡਾ ਨਾਇਕ ਜਿਹੜਾ ਸਾਨੂੰ ਅੱਗੇ ਅੱਗੇ ਤੋਰਨ ਲਈ ਸਾਡੀ ਉਂਗਲੀ ਫੜ ਕੇ ਸਾਨੂੰ ਅੱਗੇ ਲਿਜਾਉਂਦਾ ਵੀ ਅੱਗੇ ਹੋਰ ਵੀ ਹੈ ਦੁਨੀਆ। ਸੋ ਇਸ ਤਰ੍ਹਾਂ 2008 ਵਿੱਚ ਮੈਂ ਕੈਨੇਡਾ ਆ ਗਿਆ। ਕੈਨੇਡਾ ਆ ਕੇ ਵੀ ਮੈਨੂੰ ਜਿਹੜਾ ਰੇਡੀਓ 'ਤੇ ਮੇਰੀ ਇੰਟਰਵਿਊ ਹੋਈ ਅਤੇ ਮੈਨੂੰ ਬੜਾ ਚੰਗਾ ਲੱਗਾ ਵੀ ਅੱਜ ਮੈਂ ਉਹ ਆਮ ਇਨਸਾਨ ਸੀ ਜਿਹੜਾ ਉੱਤਰੀ ਅਮਰੀਕਾ ਤੋਂ ਰੇਡੀਓ 'ਤੇ ਬੋਲ ਰਿਹਾ ਹੈ। ਮੈਂ ਆਪਣੀਆਂ ਗੱਲਾਂ ਲੋਕਾਂ ਨੂੰ ਦੱਸ ਰਿਹਾ, ਆਪਣੇ ਕਿੱਤਿਆਂ ਬਾਰੇ ਬਜ਼ੁਰਗਾਂ ਦਾ ਨਾਂ ਲੈ ਰਿਹਾ ਹਾਂ। ਇਹ ਮੇਰੇ ਅੰਦਰ ਇੱਕ ਵਿਸ਼ਵਾਸ ਪੈਦਾ ਹੋ ਗਿਆ ਕਿ ਮਨੁੱਖ ਦਾ ਇਤਿਹਾਸ ਆਪਣਾ ਬਣਾਇਆ ਜਿਹੜਾ ਉਹੀ ਅੱਗੇ ਜਾਂਦਾ ਹੈ। ਇਤਿਹਾਸ ਜਿਹੜਾ ਉਹ ਮਨੁੱਖ ਖੁਦ ਸਿਰਜਦਾ ਆ ਅਤੇ ਉਹ ਇਤਿਹਾਸ ਜਿਹੜਾ ਸਿਰਜ ਕੇ ਦੂਜੇ ਇਤਿਹਾਸ ਵਿੱਚ ਸ਼ਾਮਲ ਹੁੰਦਾ ਹੈ। ਇਤਿਹਾਸ ਬਣਾਇਆ ਜਾਂਦਾ, ਸਿਰਜਿਆ ਜਾਂਦਾ, ਆਪਣੇ ਆਪ ਕੋਈ ਨਹੀਂ ਗੱਲ ਹੁੰਦੀ। ਉਹ ਉਦੋਂ ਪਤਾ ਲੱਗਦਾ ਹੈ ਜਦੋਂ ਸਵੇਰ ਹੋਈ। ਮਨੁੱਖ ਰੋਜ਼ ਸਵੇਰ ਹੁੰਦੀ ਆ, ਪਰ ਉਹਨੂੰ ਚਾਨਣ ਇਹ ਹੁੰਦਾ ਹੈ ਵੀ ਮੈਂ 31 ਸਾਲ ਪੰਜਾਬ ਸਕੂਲ ਸਿੱਖਿਆ ਬੋਰਡ ਵਿੱਚ ਪੜ੍ਹਾਇਆ। ਕਿਤਾਬਾਂ ਦੇ ਉੱਤੇ ਲਿਖਿਆ ਹੁੰਦਾ ਸੀ ਫੈਲੇ ਵਿੱਦਿਆ ਚਾਨਣ ਹੋਏ। ਅਤੇ ਸ਼ਬਦ ਇੱਦਾਂ ਦੇ ਸਾਨੂੰ ਘੜਨੇ ਚਾਹੀਦੇ ਆ ਜਿਵੇਂ ਗੁਰਬਾਣੀ ਦਾ ਬਾਤ ਆ, ਘੜੀਏ ਸ਼ਬਦ ਸੱਚੀ ਟਕਸਾਲ। ਅੰਦਰੋਂ ਸਾਡੀ ਸ਼ਬਦ ਨਿਕਲਣੇ ਚਾਹੀਦੇ, ਇਹ ਸੱਚੀ ਟਕਸਾਲ ਆ। ਉੱਦਾਂ ਕੈਨੇਡਾ ਵਿੱਚ ਜਿਹੜੇ ਸਿੱਕੇ ਬਣਦੇ ਆ ਟਕਸਾਲ ਆ, ਉਹ ਮੈਨੀਟੋਬਾ ਵਿੱਚ ਆ, ਇੰਡੀਆ ਵਿੱਚ ਬੰਬੇ ਬਣਦੇ ਆ, ਪਰ ਸਾਡੇ ਹਿਰਦੇ ਵਿੱਚ ਵੀ ਇੱਕ ਟਕਸਾਲ ਹੈਗੀ ਜਿਹਨੂੰ ਗੁਰਬਾਣੀ ਵਿੱਚ ਸੱਚੀ ਟਕਸਾਲ, ਸ਼ਬਦਾਂ ਦੀ ਟਕਸਾਲ ਹੈ ਜਿਹੜੀ ਸਾਡੀ ਆ ਕੇ ਦੂਜਿਆਂ ਨਾਲ ਅਸੀਂ ਰੂਬਰੂ ਹੁੰਦੇ ਹਾਂ। ਦੂਜਿਆਂ ਨਾਲ ਆਪਣੇ ਜਿਹੜੇ ਵਿਚਾਰ ਵਟਾਂਦਰਾ, ਇਹ ਬੋਲੀ ਆ, ਸਾਡੀ ਭਾਸ਼ਾ ਹੈ, ਇਹਨੂੰ ਅੱਗੇ ਲਿਜਾਣ ਦੇ ਅਸੀਂ ਰੋਜ਼ ਇਹਦੇ ਵਿੱਚ ਸਿਰਜਣਾ ਕਰਦੇ ਹਾਂ, ਰਚਨਾ ਕਰਦੇ ਹਾਂ। ਬੋਲੀ ਹੀ ਹੈ ਜੋ ਮਨੁੱਖ ਨੂੰ ਮਨੁੱਖ ਹੋਣ ਦਾ ਅਹਿਸਾਸ ਕਰਾਉਂਦੀ ਹੈ। ਉਸ ਤੋਂ ਬਾਅਦ ਮੈਂ ਜੋ 31 ਸਾਲ ਪੜ੍ਹਾਉਂਦਾ ਰਿਹਾ ਹਾਂ, ਉਹ ਮੈਂ ਕਿਤਾਬਾਂ ਕੈਨੇਡਾ ਵੀ ਲੈ ਆਉਂਦੀਆਂ। ਇਹ ਨਹੀਂ ਵੀ ਮੈਂ ਹੋਰ ਚੀਜ਼ਾਂ ਲੈ ਆਵਾਂ। ਪੰਜਾਬੀ ਦੀਆਂ ਕਿਤਾਬਾਂ ਤਾਂ ਮੈਂ ਇੰਡੀਆ ਤੋਂ ਲਿਆਉਂਦੀਆਂ। 8 ਪੁਸਤਕਾਂ ਹੈਗੀਆਂ ਮੇਰੀਆਂ, 4+1 ਦੀਆਂ, 4+2 ਦੀਆਂ। ਇਸ ਤਰ੍ਹਾਂ ਉਹਦੇ ਵਿੱਚ ਮੈਂ ਜੋ ਵੀ ਪੜ੍ਹਿਆ ਲਿਖਿਆ ਉਹ ਮੈਂ ਹੁਣ ਵੀ ਉਹਨਾਂ ਤੋਂ ਸਹਾਰਾ ਲੈਂਦਾ। ਕਿਤਾਬਾਂ ਹੀ ਹੈ ਜੋ ਸਾਨੂੰ ਇੱਕ ਲਾਈਟ ਦਿੰਦੀਆਂ, ਰੋਸ਼ਨੀ ਦਿੰਦੀਆਂ ਘਰ ਵਿੱਚ, ਮਨੁੱਖ ਦੇ ਅੰਦਰ ਅੱਗੇ ਵਧਣ ਦੀ ਤਮੰਨਾ ਪੈਦਾ ਕਰਦੀਆਂ। ਇਸ ਤਰ੍ਹਾਂ ਇੱਕ ਵਿਸ਼ਵ ਸਾਹਿਤ ਦਾ ਸ਼ਾਹਕਾਰ ਨਾਵਲ ਹੈ, ਉਹਦਾ ਮਤਲਬ ਹੈ ਫਾਰਨਹੀਟ 451। ਹਿਟਲਰ ਨੇ ਕਿਹਾ ਸੀ ਇਹ ਲੋਕ ਗਿਆਨ ਕਿੱਥੋਂ ਲੈਂਦੇ? ਉਹ ਕਹਿੰਦਾ ਜੀ ਕਿਤਾਬਾਂ ਤੋਂ ਲੈਂਦੇ ਆ। ਫਿਰ ਕਹਿੰਦਾ ਕਿਤਾਬਾਂ ਹੀ ਸਾੜ ਦਿਓ। ਕਿਤਾਬਾਂ ਸਾੜਨ ਦਾ ਕਿਸ ਡਿਗਰੀ 'ਤੇ ਸੜਦੀਆਂ ਆ? ਫਾਰਨਹੀਟ 451 'ਤੇ। ਉਹਨੇ ਕਿਤਾਬ ਦਾ ਨਾਂ ਹੀ ਨਾਵਲ ਦਾ ਨਾਂ ਲਿਖ ਦਿੱਤਾ ਜਿਹਨੂੰ ਵਿਸ਼ਵ ਸਾਹਿਤ ਦਾ ਸ਼ਾਹਕਾਰ। ਇਸ ਤਰ੍ਹਾਂ ਦੀਆਂ ਮੈਂ ਕਿਤਾਬਾਂ ਲਿਖੀਆਂ ਅਤੇ ਫਿਰ ਮੈਂ ਕਿਹਾ ਕਲਮ ਰੁਕਣੀ ਨਹੀਂ ਚਾਹੀਦੀ। ਦੂਜਾ ਨਾਵਲ ਫਿਰ ਮੈਂ 2012 ਵਿੱਚ ਲਿਖਿਆ ਸੂਰਜ ਉੱਗ ਪਿਆ। ਉਹਦੇ ਵਿੱਚ ਮੈਂ ਜਿਹੜੇ ਪਾਤਰ ਲਏ ਆ ਉਹ ਮੈਂ ਲਏ ਆ ਪੰਛੀ ਜਾਨਵਰ, ਉਹ ਲਏ ਆ ਜਿਹੜੇ ਕਿਰਦਾਰ ਵਾਲੇ ਆ, ਜਿਵੇਂ ਘੋੜਾ ਲਿਆ, ਕੁੱਤਾ ਲਿਆ ਅਤੇ ਕੋਇਲ ਲਈ ਆ, ਮੋਰ ਲਿਆ ਆ, ਊਠ ਲਿਆ ਆ, ਕੈਮਲ ਜਿਹਨੂੰ ਕਹਿੰਦੇ ਆ, ਐਲੀਫੈਂਟ ਲਿਆਇਆ, ਬਲਦ ਲਿਆਇਆ, ਮੱਝ ਲਈ ਆ। ਉਹਨਾਂ ਨੂੰ ਫਿਰ ਮੈਂ ਉਹਨਾਂ ਦੀ ਇੱਕ ਲੋਕਤੰਤਰ ਬਣਾਇਆ। ਜਿਵੇਂ ਇੱਦਾਂ ਦਾ ਨਾਵਲ ਇੱਕ ਜਾਰਜ ਆਰਵਲ ਨੇ ਲਿਖਿਆ ਸੀ, ਪਸ਼ੂਆਂ ਦਾ ਬਾੜਾ ਲਿਖਿਆ ਸੀ। ਉਹਦੇ ਆਧਾਰ 'ਤੇ ਉਹ ਫੇਲ ਹੋ ਗਿਆ ਸੀਗਾ ਕਿਉਂਕਿ ਉਹ ਤਾਨਾਸ਼ਾਹੀ ਬਣ ਗਿਆ ਸੀਗਾ। ਇਹ ਜਿਹੜਾ ਮੇਰਾ ਨਾਵਲ ਆ ਸੂਰਜ ਉੱਗ ਪਿਆ ਹੈ, ਇਹਦੇ ਵਿੱਚ ਵੀ ਪੰਛੀ ਕੰਮ ਕਰਦੇ ਆ। ਇਹਦੇ ਵਿੱਚ ਕੱਛੂ ਆ, ਉਹ 71% ਪਾਣੀਆਂ ਦੇ ਵਿੱਚ ਬੈਠਾ। ਸ਼ੇਰ ਆ ਜਿਹੜਾ 29% 'ਤੇ ਰਾਜ ਕਰੀ ਜਾਂਦਾ। ਕੀ ਉਹ ਜੰਗਲਾਂ ਦੀ ਰਾਖੀ ਕਰਦਾ? ਉਹਨੂੰ ਰਾਜਾ ਕਿੱਦਾਂ ਕਹਿੰਦੇ ਆ? ਮੈਂ ਉਹਦੇ ਵਿੱਚ ਇੱਕ ਹੀਰੋ ਕੱਛੂ ਨੂੰ ਬਣਾਇਆ। ਕੱਛੂ ਨੇ ਸਾਰੇ ਲੋਕਾਂ ਨੂੰ ਇਕੱਠੇ ਕਰਕੇ, ਆਰਗੇਨਾਈਜ਼ ਕਰਕੇ ਇੱਕ ਲੋਕਤੰਤਰੀ ਸਰਕਾਰ ਬਣਾਤੀ। ਸੋ ਪਾਣੀਆਂ ਦਾ ਮਹਿਕਮਾ ਜਿਹੜਾ ਕੱਛੂ ਨੂੰ ਦੇ ਦਿੱਤਾ, 71% এনवायरमेंट ਦਾ। ਜਿਹੜਾ ਇੱਕ ਕੋਇਲ ਨੂੰ ਅਸੀਂ ਕਹਿੰਦੇ, ਉਹਦੇ ਵਿੱਚ ਮੈਂ ਕਰੈਕਟਰਾਂ ਨੂੰ ਵਿਭਾਗਾਂ ਦੀ ਵੰਡ ਕੀਤੀ, ਪੋਰਟਫੋਲੀਓ ਜਿਹਨੂੰ ਕਹਿੰਦੇ ਆ। ਇੱਕ ਕੋਇਲ ਆ, ਉਹਦੀ ਆਵਾਜ਼ ਬੜੀ ਮਿੱਠੀ ਆ, ਉਹਦੀ ਆਵਾਜ਼ ਸਾਨੂੰ ਸੋਹਣੀ ਲੱਗਦੀ ਆ।
ਉਹਨੂੰ ਮੈਂ ਸਪੀਕਰ ਬਣਾਤਾ ਲੋਕ ਸਭਾ ਦੀ, ਪਾਰਲੀਮੈਂਟ ਦੀ ਸਪੀਕਰ ਬਣਾਤਾ। ਇਸ ਤਰ੍ਹਾਂ ਇੱਕ ਡੌਗ ਆ, ਕੁੱਤਾ ਆ, ਉਹਨੂੰ ਮੈਂ ਡਿਫੈਂਸ ਮਿਨਿਸਟਰ ਬਣਾਇਆ, ਉਹਨੂੰ ਮੈਂ ਖਜ਼ਾਨਾ ਮੰਤਰੀ ਵੀ ਬਣਾਇਆ ਵੀ ਜਿਹੜਾ 7 ਪੀੜ੍ਹੀਆਂ ਦਾ ਧਨ ਜੋੜਿਆ ਲੋਕਾਂ ਨੇ ਉਹ ਸੁੰਘ ਕੇ ਕੱਢੇਗਾ। ਸੋ ਜਿਹੜਾ ਇੱਕ ਘੋੜਾ ਆ ਕਿੰਨਾ ਇੱਕ ਤੇਜ਼ ਤਰਾਰ ਚੱਲਦਾ ਆ, ਹਾਰਸ ਪਾਵਰ ਆਪਾਂ ਕਹਿੰਦੇ ਆ, ਉਹਨੂੰ ਮੈਂ ਟਰਾਂਸਪੋਰਟ ਮੰਤਰੀ ਬਣਾਇਆ, ਟਰਾਂਸਪੋਰਟ ਦਾ ਵਿਭਾਗ ਦਿੱਤਾ। ਸੋ ਇਸ ਤਰ੍ਹਾਂ ਬਫਾਲੋ ਮੱਝ ਆ, ਉਹਨੂੰ ਮੈਂ ਸਿਵਲ ਸਪਲਾਈ ਦੇ ਦਿੱਤਾ, ਇਹ ਫੂਡ ਆ, ਫੂਡ ਦਿੰਦੀ ਆ ਸਾਨੂੰ, ਫੂਡ ਦਾ ਮਹਿਕਮਾ ਦਿੱਤਾ। ਇੱਕ ਕੀੜੀ ਆ ਸਾਨੂੰ, ਉਹ 24 ਘੰਟੇ ਕੀੜੀ ਜਿਹੜੀ ਉਹ ਰੁਕਦੀ ਨਹੀਂ ਗੀ, ਉਹ ਰੁਕਦੀ ਨਹੀਂ, ਉਹਨੂੰ ਮੈਂ ਸਿਵਲ ਸਪਲਾਈ ਦਾ ਮਹਿਕਮਾ ਦੇ ਦਿੱਤਾ। ਆਪਣੇ ਨਾਲੋਂ 20 ਗੁਣਾ ਭਾਰ ਵੱਧ ਉਹ ਖਿੱਚ ਸਕਦੀ ਆ। ਇਹ ਜਿਹੜਾ ਨਾਵਲ ਸੀ ਇਹ ਪਬਲਿਸ਼ਰ ਨੂੰ ਇੰਨਾ ਵਧੀਆ ਲੱਗਾ ਵੀ ਨਵੀਂ ਕਿਸਮ ਦਾ ਨਾਵਲ ਆ, ਸੂਰ ਯੁੱਗ ਪਿਆ। ਉਹਦੇ ਤੋਂ ਉਹਨੇ ਇੱਕ ਛੋਟਾ ਨਾਵਲ ਬੱਚਿਆਂ ਦਾ ਲੈ ਦਿੱਤਾ, ਜੰਗਲ ਵਿੱਚ ਚੋਣ। ਬੱਚਿਆਂ ਨੂੰ ਦੱਸ ਦਿੱਤਾ ਵੀ ਪਾਰਲੀਮੈਂਟ ਦੀਆਂ ਚੋਣਾਂ ਜੰਗਲ ਵਿੱਚ ਵੀ ਹੁੰਦੀਆਂ, ਪੰਛੀਆਂ ਦੇ ਰਾਹੀਂ। ਉਹਨੇ ਇੱਕ ਬਾਲ ਨਾਵਲ ਲਿਖ ਦਿੱਤਾ। ਜਦੋਂ ਇਹ ਮੇਰੇ ਦੋਨੇ ਨਾਵਲ ਪ੍ਰੋਫੈਸਰ ਨਰਿੰਜਨ ਤਸਨੀਮ ਨੇ ਪੜ੍ਹੇ ਤੇ ਉਹ ਕਹਿੰਦਾ ਤੁਸੀਂ ਨਾਵਲ ਦੇ ਵਿੱਚ ਇੱਕ ਲੇਖਕ ਹਰ ਇੱਕ ਦੇ ਵਿੱਚ ਸਹਿਜਤਾ ਤੇ ਸਪਸ਼ਟਤਾ ਨਹੀਂ ਹੁੰਦੀ, ਕਹਿੰਦੇ ਦੋਨੇ ਗੱਲਾਂ ਤੁਹਾਡੇ ਵਿੱਚ ਹੈਗੀਆਂ, ਤੁਹਾਡੀ ਸ਼ੈਲੀ ਵਿੱਚ, ਲਿਖਣ ਢੰਗ ਵਿੱਚ, ਸਟਾਈਲ। ਕਹਿੰਦੇ ਹੁਣ ਤੁਸੀਂ ਨਾਵਲ ਹੀ ਲਿਖਿਆ ਕਰੋ। ਉਹਨਾਂ ਨੇ ਫਿਰ ਨਾਵਲ ਜਿਹੜਾ ਆ ਉਹ ਮੈਨੂੰ ਉਹਨਾਂ ਦੇ ਜੀਂਦੇ ਜੀ ਅਗਸਤ 2018 ਨੂੰ ਉਹਨਾਂ ਦਾ ਦੇਹਾਂਤ ਹੋ ਗਿਆ। ਫਿਰ ਮੈਂ ਕਿਹਾ ਮੈਂ ਨਾਵਲ ਤਾਂ ਲਿਖਾਂਗਾ ਪਰ ਤੁਸੀਂ ਉਹਦਾ ਪ੍ਰੀਫੇਸ ਮੁਖਬੰਧ ਲਿਖੋਗੇ? ਉਹ ਕਹਿੰਦਾ ਮੈਂ ਹਾਂ ਲਿਖਾਂਗਾ। ਫਿਰ ਮੈਂ ਮੈਡਮ ਜੀ ਆਨਾ ਜੀ ਵੀ ਐਨਜੀ ਮਰਫੀ ਜੀ ਵੀ ਮੈਂ ਫਿਰ 10 ਨਾਵਲ ਉਹਦੇ ਪੜ੍ਹੇ। ਆਪ ਇੰਗਲਿਸ਼ ਦੀ MA ਸੀ, MA ਨੂੰ ਪੜ੍ਹਾਉਂਦਾ ਸੀ ਅਤੇ ਉਹਦੇ ਲਿਖੇ ਨਾਵਲ MA ਪੰਜਾਬੀ ਨੂੰ ਲੱਗਦੇ ਸੀ। ਪਹਿਲਾਂ 10 ਨਾਵਲ ਉਹਦੇ ਪੜ੍ਹੇ। ਫਿਰ ਮੈਂ 56 ਨਾਵਲ ਵਿਸ਼ਵ ਸਾਹਿਤ ਦੇ ਸ਼ਾਹਕਾਰ ਨਾਵਲ ਉਹ ਪੜ੍ਹੇ ਜਿਨ੍ਹਾਂ ਨੂੰ ਇੱਕ ਨਾਵਲ ਨੂੰ ਨੋਬਲ ਪੁਰਸਕਾਰ 9 ਕਰੋੜ ਮਿਲਦਾ। 56 ਉਹ ਪੜ੍ਹੇ। ਇੱਕ ਮੈਂ ਨਿਰਮਾਣ ਨਾਵਲ ਪੜ੍ਹਿਆ ਮਨਮੋਹਨ ਦਾ। ਇਸ ਤਰ੍ਹਾਂ 66 ਨਾਵਲ ਪੜ੍ਹ ਕੇ 67ਵਾਂ ਨਾਵਲ ਲਿਖਿਆ ਤਲਾਸ਼ ਜਾਰੀ ਹੈ। ਉਹਦੇ ਵਿੱਚ ਸੀ ਜਿਹੜਾ ਮੇਰਾ ਅਧੂਰਾ ਕੰਮ ਮੇਰੀ ਸਵੈ ਜੀਵਨੀ ਦੇ ਵਿੱਚ ਰਹਿ ਗਿਆ ਸੀਗਾ। ਸਾਰੀਆਂ ਗੱਲਾਂ ਸਵੈ ਜੀਵਨੀ 'ਚ ਨਹੀਂ ਆ ਸਕਦਾ। ਇਹ ਦੂਜਾ ਭਾਗ ਨਾਵਲ ਦੇ ਰੂਪ ਵਿੱਚ ਆਇਆ ਹੈ, ਉਹ ਵੀ ਮੇਰੀ ਸਵੈ ਜੀਵਨੀ। ਕਿਵੇਂ ਮੇਰੇ ਪਿਤਾ ਜੀ ਮੈਨੂੰ ਉਂਗਲ ਫੜ ਕੇ ਪੜ੍ਹਨ ਭੇਜਿਆ, ਮਾਤਾ ਕਹਿੰਦੀ ਇਹ ਵੀ ਇੱਕ ਭਗਤੀ ਆ, ਇਹਦੇ ਜਿਹੜੀਆਂ ਜੜ੍ਹਾਂ ਕੌੜੀਆਂ ਪਰ ਫਲ ਇਹਦੇ ਮਿੱਠੇ ਆ। ਅਤੇ ਜਦੋਂ ਕਿਤੇ ਮੈਂ ਆਪਣੀ ਮਾਂ ਨੂੰ ਜਾਂ ਮੇਰੇ ਵੱਡੇ ਭਰਾਵਾਂ ਨੂੰ ਕਹਿਣਾ ਵੀ ਤੁਸੀਂ ਇਹਨਾਂ ਨੂੰ ਵੀ ਕੱਪੜੇ ਚੰਗੇ ਲੈ ਦਿਓ, ਦੂਜੇ ਪਿੰਡ ਕਹਿੰਦੀ ਇਹਨੇ ਸਾਰੀ ਉਮਰ ਕੱਪੜੇ ਪਾਉਣੇ ਆ। ਦੇਖੋ ਉਹਨਾਂ ਦੀ ਇੱਕ ਕਿੰਨੀ, ਇਹਨੂੰ ਪੜ੍ਹਨ ਦਿਓ ਵੀ ਇਹਨੇ ਕੱਪੜੇ ਪਾਉਣੇ ਆ। ਸੋ ਮੈਨੂੰ ਚੰਗਾ ਲੱਗਾ ਵੀ ਉਹ ਮੈਨੂੰ ਪੜ੍ਹਨ ਦੇਣ 'ਚ ਰਾਜੀ ਸੀਗੇ। ਸੋ ਉਹ ਮੈਂ ਨਾਵਲ ਜਿਹੜਾ ਸੀ ਉਹ ਆਪਣੇ ਪਿਤਾ ਦੀ ਮਾਤਾ ਦੀ ਯਾਦ ਵਿੱਚ ਕਿਵੇਂ ਉਹਨਾਂ ਨੂੰ ਮੌਕੇ ਨਹੀਂ ਮਿਲੇ। ਫਿਰ ਗੁਰਦਾਸ ਮੇਰੇ ਪਿਤਾ ਜਿਹੜੇ ਸੀ ਉਹਨਾਂ ਨੂੰ ਸਾਰਾ ਕਿੱਸਾ ਜਿਹੜਾ ਚੌਧਰੀ ਜਗਤ ਰਾਮ ਨੂੰ ਰੂਪ ਬਸੰਤ ਦਾ ਕਿੱਸਾ 8 ਰਾਤਾਂ ਵਿੱਚ ਉਹਨਾਂ ਨੇ ਮੈਨੂੰ 9ਵੀਂ ਵਿੱਚ ਗਾ ਕੇ ਸੁਣਾ ਦਿੱਤਾ ਜ਼ੁਬਾਨੀ। ਜੇ ਉਹਨਾਂ ਨੂੰ ਲਿਖਣਾ ਆਉਂਦਾ ਹੁੰਦਾ ਸਿਰਫ ਹਸਤਾਖਰ ਕਰ ਸਕਦੇ, ਜੇ ਉਹਨਾਂ ਨੂੰ ਲਿਖਣਾ ਆਉਂਦਾ ਹੁੰਦਾ ਉਹ ਵੀ ਮੇਰੇ ਵਾਂਗ ਕਿਤਾਬਾਂ ਲਿਖ ਲੈਂਦੇ, ਪਰ ਲਿਖਣਾ ਨਹੀਂ ਸੀ ਆਉਂਦਾ। ਪਰਿਵਾਰ ਭਾਰਾ ਸੀ, ਮੈਂ ਸਾਰਿਆਂ ਤੋਂ ਛੋਟਾ ਸੀ। ਦੇਖ ਲਓ ਮੈਂ ਉਹਨਾਂ ਦੇ ਸ਼ਬਦ ਸਾਰੇ ਹੀ ਹੁਣ ਤੱਕ ਯਾਦ ਰੱਖਿਆ ਵੀ ਕਿਹੜੀ ਵੇਲੇ ਉਹਨਾਂ ਨੇ ਕਿਹੜਾ ਸ਼ਬਦ ਵਰਤਿਆ ਸੀ, ਵੀ ਕਿਵੇਂ ਕੱਪੜਾ ਬੁਣਦੇ ਸੀ। ਉਹਨਾਂ ਦੇ ਕੱਪੜਾ ਉਪਰਲੇ ਦਰਜੇ ਦੇ ਵੀਵਰ ਸੀ, ਬੁਣਕਰ ਸੀ। ਉਹਨਾਂ ਦੇ ਕੀਤੇ ਕੰਮ ਦਾ ਕਦੇ ਉਲਾਮਾ ਨਹੀਂ ਸੀ ਆਇਆ, ਕਦੇ ਵੀ ਨਹੀਂ ਉਹਨਾਂ ਦਾ ਇੰਨਾ ਮੈਂ ਕਿਹਾ ਉਹ ਕਿੱਤੇ ਨੂੰ ਸਮਰਪਿਤ ਸੀ, ਮੈਂ ਪੜ੍ਹਾਉਣ ਨੂੰ ਸਮਰਪਿਤ ਹੋਵਾਂਗਾ। ਤੁਸੀਂ ਦੇਖੋ ਵੀ ਸਾਡੇ ਇੱਕ ਵਾਰੀ ਇਹ ਸਾਡੀਆਂ ਸਵੈ ਜੀਵਨੀ ਦੇ ਵਿੱਚ ਆਉਂਦੀਆਂ ਵੀ ਮੇਰੇ ਪਿਤਾ ਜੀ ਖੰਡ ਲੈਣ ਗਏ ਪਿੰਡ ਵਿੱਚੋਂ। ਉਹ ਕਹਿੰਦੇ ਵੀ ਚੁੱਲ੍ਹਾ ਟੈਕਸ ਦਿਓ, ਜਿਹੜਾ ਟੈਕਸ ਹੁੰਦਾ ਉਹਨੂੰ ਅਸੀਂ ਇੰਡੀਆ ਵਿੱਚ ਚੁੱਲ੍ਹਾ ਟੈਕਸ ਕਹਿੰਦੇ ਹਾਂ। ਉਹ ਕਹਿੰਦਾ ਵੀ ਮੇਰੇ ਕੋਲ ਤਾਂ ਪੈਸੇ ਹੈ ਨਹੀਂ ਗੇ ਚੁੱਲ੍ਹਾ ਟੈਕਸ 'ਤੇ, ਖੰਡ ਮੈਂ ਲੈਣਾ। ਉਹ ਕਹਿੰਦੇ ਫਿਰ ਸਕੂਲੇ ਚਲੋ ਤੁਸੀਂ 4 ਦਿਨ ਮਜ਼ਦੂਰੀ ਕਰ ਦਿਓ। ਸਕੂਲ ਬਣਦਾ ਸੀ ਸਾਡੇ ਪਿੰਡ ਦਾ, ਉਹਨੇ ਉੱਥੇ ਮਜ਼ਦੂਰੀ ਕਰਤੀ। ਉਹ ਜਿਹੜਾ ਸਕੂਲ ਬਣਨ ਲਈ ਮੇਰੇ ਪਿਤਾ ਨੇ ਸਹਿਯੋਗ ਦਿੱਤਾ ਸੀ, ਉੱਥੇ ਆਪਣੇ ਟੈਕਸ ਦੇਣ ਲਈ ਉੱਥੇ ਮਜ਼ਦੂਰੀ ਕੀਤੀ ਸੀ, ਉਹਦੇ ਵਿੱਚ ਮੈਂ ਕਮਰਿਆਂ ਵਿੱਚ 3 ਪੜ੍ਹੀ, 4 ਕੀਤੀ, 5ਵੀਂ ਕੀਤੀ। ਔਰ ਕਿਸੇ ਵੇਲੇ ਉਸ ਸਕੂਲ ਨੂੰ ਮੈਂ ਜਦੋਂ ਪ੍ਰਿੰਸੀਪਲ ਬਣ ਗਿਆ ਸਾਡੇ ਪਿੰਡ ਦਾ ਹਾਈ ਸਕੂਲ, ਉਹਨੂੰ ਮੈਂ ਚੈੱਕ ਕਰਨ ਵੀ ਆਇਆ। ਮੈਂ ਕਿਹਾ ਪਿਤਾ ਜੀ ਵੀ ਤੁਸੀਂ ਬਣਾਇਆ ਸੀ ਸਕੂਲ ਹੱਥੀਂ, ਦੇਖ ਲਓ ਮੈਂ ਅੱਜ ਚੈੱਕ ਕਰਨ ਆਇਆ। ਸੋ ਉਹ ਮੈਨੂੰ ਇੱਦਾਂ ਦਾ ਲੱਗਾ ਵੀ ਜਿਹੜੀ ਪਿੱਪਲ ਸੀ ਸਾਡੇ ਸਕੂਲ ਦਾ, ਉਹ ਮੈਂ ਸਵੇਰੇ 3 'ਚ ਪੜ੍ਹਦੇ ਹੁੰਦੇ, ਸਾਡੀਆਂ ਵਾਰੀਆਂ ਲੱਗੀਆਂ ਹੁੰਦੀਆਂ ਸੀਗੀਆਂ। ਸੋ ਉਹ ਸਵੇਰੇ ਹੀ ਉੱਠ ਕੇ ਅਸੀਂ ਜਦੋਂ ਟਾਟ ਵਿਛਾਉਂਦੇ ਹੁੰਦੇ ਸੀ ਮੈਟ ਵਿਛਾਉਣ ਲਈ, ਅਸੀਂ ਤੜਕੇ ਉੱਠ ਕੇ 4 ਵਜੇ ਜਾਣਾ, ਉਹ ਸਫਾਈ ਕਰਕੇ ਆਉਣੀ, ਪਾਣੀ ਛਿੜਕ ਕੇ ਆਉਣਾ। ਉਹ ਮੈਨੂੰ ਰੁੱਖ ਦੇ ਥੱਲੇ ਜਿਹੜੀਆਂ 2 ਕਲਾਸਾਂ ਕੀਤੀਆਂ, ਪਹਿਲੀ ਦੂਜੀ, ਉਹ ਮੈਨੂੰ ਹੁਣ ਵੀ ਯਾਦ ਆ ਵੀ ਇਹੋ ਜਿਹਾ ਦੇਸ਼ ਮੈਨੂੰ ਕੈਨੇਡਾ ਦਾ ਮਿਲ ਗਿਆ।
ਉਹ ਜਿਹੜੀ ਸਫਾਈ ਕੀਤੀ ਹੋਈ ਸੀ ਵੀ ਇਹ ਕੈਨੇਡਾ ਜਿਹੜਾ ਉਹ ਪਿੱਪਲ ਦੇ ਰੂਪ ਵਿੱਚ ਮੈਨੂੰ ਜੰਗਲ ਦੇ ਵਿੱਚ ਵਸਿਆ ਕੈਨੇਡਾ ਮਿਲ ਗਿਆ, ਜੰਗਲਾਂ ਦੇ ਵਿੱਚ ਵਸਿਆ ਕੈਨੇਡਾ। ਸੋ ਮੈਨੂੰ ਇੱਦਾਂ ਦਾ ਇਹ ਮੇਰੀ ਇੱਕ ਸਿਰੜ ਸਿੱਧਕ ਜਿਹੜੀ ਮੇਰੀ ਆਪਣੀ ਜਿਹੜੀ ਮਿਹਨਤ ਸੀ ਅਧਿਆਪਕ ਦੇ ਤੌਰ 'ਤੇ ਉਹ ਮੇਰੀ ਸਾਰੀ ਸੀ। ਫਿਰ ਮੈਂ ਗੁਰਦਾਸ ਰਾਮ ਆਲਮ ਨੂੰ ਪੜ੍ਹਿਆ ਜੀ, ਸਾਡੇ ਪਿੰਡ ਦੇ ਨੇੜੇ ਹੀ ਸੀਗਾ। ਹੁਣ ਉਹ ਪੜ੍ਹਨਾ ਲਿਖਣਾ ਜਾਣਦੇ ਸੀ, ਮੇਰੇ ਪਿਤਾ ਜੀ ਪੜ੍ਹ ਨਹੀਂ ਸੀ ਸਕਦੇ, ਕਰਦੇ ਗੁਰਦਾਸ ਰਾਮ ਆਲਮ ਵੀ ਮੌਜੂਦ, ਪਰ ਉਹਨਾਂ ਨੇ 4 ਕਿਤਾਬਾਂ ਲਿਖ ਦਿੱਤੀਆਂ, 4 ਕਿਤਾਬਾਂ। ਅਤੇ ਉਹਨਾਂ ਨੇ ਆਲਮ ਕਾਬ ਉਹਦਾ ਛਪ ਗਿਆ, 121 ਉਹਦੀਆਂ ਕਵਿਤਾਵਾਂ ਆ, 4 ਕਿਤਾਬਾਂ ਦੇ ਵਿੱਚ ਜਿਲਦ ਦੇ ਰੂਪ ਵਿੱਚ, ਅਤੇ ਇੱਕ ਉਹਨਾਂ ਦਾ ਆਲਮ ਕਾਬ ਬਣ ਗਿਆ। ਫਿਰ ਮੈਂ ਉਹਨੂੰ ਸਾਰੇ ਨੂੰ ਪੜ੍ਹਿਆ, ਮੈਂ ਕਿਹਾ ਦੇਖੋ ਇੱਕ ਅਨਪੜ੍ਹਿਆ ਬੰਦਾ ਉਹ ਸਾਹਿਤ ਪ੍ਰਤੀ ਕਿੰਨਾ ਸੁਚੇਤ ਆ, ਮੈਂ ਇਹਨੂੰ ਪੜ੍ਹਾਂਗਾ, ਇਹਨੂੰ ਆਪਣੀ ਜੀਵਨ ਵਿੱਚ ਰਚ ਮਿਚ ਜਾਵਾਂਗਾ, ਇਹਨੂੰ ਮੈਂ ਨਾਲ ਰੱਖਾਂਗਾ। ਉਸ ਤੋਂ ਬਾਅਦ ਜਦੋਂ ਮੈਂ ਪੰਜਾਬੀ ਪੜ੍ਹਾਉਣ ਲੱਗਾ ਤਾਂ ਮੈਂ ਜਿੱਥੇ 9 ਕਿਸਮ ਦਾ ਸਾਹਿਤ ਪੜ੍ਹਾਇਆ ਜੀ, 9 ਕਿਸਮ ਦਾ ਸਾਹਿਤ ਹੁੰਦਾ। ਜਦੋਂ +2 ਚੱਲ ਜਾਂਦਾ ਆ ਉਹਦੇ ਵਿੱਚ ਜਿਹੜਾ ਲੈਕਚਰਾਰ ਸਕੂਲ ਲੈਕਚਰਾਰ ਹੁੰਦਾ, ਸਕੂਲ ਕੇਡਰ ਦਾ, ਕਾਲਜ ਕੇਡਰ ਦਾ ਹੁੰਦਾ, ਸਕੂਲ ਕੇਡਰ ਦਾ, ਉਹਨੂੰ 9 ਕਿਸਮ ਦਾ ਸਾਹਿਤ ਪੜ੍ਹਾਉਣਾ ਪੈਂਦਾ, ਜਿਵੇਂ ਕਵਿਤਾ, ਕਹਾਣੀ, ਨਾਵਲ, ਜੀਵਨੀ, ਸਵੈ ਜੀਵਨੀ, ਨਿਬੰਧ, ਨਾਟਕ, ਇਕਾਂਗੀ, ਇਹ 9 ਕਿਸਮ ਆ, ਸਫ਼ਰਨਾਮਾ, ਉਹ ਮੈਂ ਸਾਰਾ ਪੜ੍ਹਾਇਆ। ਉਹਦੇ ਵਿੱਚੋਂ ਮੈਨੂੰ ਕਹਾਣੀਕਾਰ ਜਿਹੜਾ ਸੀ ਉਹ ਸੁਜਾਨ ਸਿੰਘ ਸੀ, ਉਹ ਮੇਰਾ ਮਨ ਭਾਉਂਦਾ ਬਣ ਗਿਆ। ਜਿਵੇਂ ਮੇਰਾ ਪਿਤਾ ਸੀ ਉਹ ਤੋਂ ਮੈਨੂੰ ਸਿਰੜ ਅਤੇ ਸਿਦਕ ਮਿਲਿਆ, ਗੁਰਦਾਸ ਰਾਮ ਆਲਮ ਤੋਂ ਮੈਨੂੰ ਕਵਿਤਾਵਾਂ ਮਿਲ ਗਈਆਂ, ਪ੍ਰਿੰਸੀਪਲ ਸੁਜਾਨ ਸਿੰਘ ਤੋਂ ਮੈਨੂੰ ਇਹ ਕੁਛ ਮਿਲਿਆ ਵੀ ਉਹਨੇ ਆਪਣਾ ਜਿਹੜਾ ਸਾਰਾ ਹੀ 8 ਕਹਾਣੀ ਸੰਗ੍ਰਹਿ ਲਿਖੇ ਉਹਨਾਂ ਨੇ ਦੁੱਖ ਸੁੱਖ ਵੀ ਦੇਖੇ, ਦੁੱਖ ਸੁੱਖ ਤੋਂ ਪਿੱਛੋਂ ਜ਼ਿੰਦਗੀ ਕਿੱਦਾਂ ਦੀ ਹੁੰਦੀ ਆ। ਤੀਜੇ ਨੰਬਰ 'ਤੇ ਕਹਿੰਦਾ ਵੀ ਸਭ ਰੰਗ, ਮੈਂ ਦੁੱਖ ਸੁੱਖ ਵੀ ਦੇਖ ਲਿਆ, ਬਾਅਦ ਵੀ ਦੇਖ ਲਿਆ, ਫਿਰ ਸਾਰੇ ਰੰਗ ਜ਼ਿੰਦਗੀ ਦੇ ਦੇਖ ਲਿਆ। ਫਿਰ ਉਹ ਨਰਕਾਂ ਦੇ ਦੇਵਤੇ ਕਹਾਣੀ ਸੰਗ੍ਰਹਿ ਦਾ ਨਾਂ ਲਿਆ। ਉਹ ਮੈਂ ਕਿਹਾ ਮੈਂ ਇੱਦਾਂ ਦੀ ਜ਼ਿੰਦਗੀ ਬਤੀਤ ਕਰਾਂਗਾ ਵੀ ਪ੍ਰਿੰਸੀਪਲ ਸੁਜਾਨ ਸਿੰਘ ਵਰਗੀ ਜ਼ਿੰਦਗੀ, ਅਤੇ ਮੇਰੇ ਨਾਂ ਦੇ ਨਾਲ ਵੀ ਉਹ ਪ੍ਰਿੰਸੀਪਲ ਮਲੂਕ ਚੰਦ ਕਲੇਰ ਬਣ ਗਿਆ। ਜਦੋਂ ਤੁਸੀਂ ਕਿਸੇ ਨੂੰ ਆਪਣੇ ਜੀਵਨ ਜਾਚ ਵਿੱਚ, ਜੀਵਨ ਸ਼ੈਲੀ ਵਿੱਚ ਢਾਲ ਲੈਂਦੇ ਆ, ਉਹੋ ਜਿਹਾ ਰੂਪ ਤੁਹਾਨੂੰ ਵੀ ਆ ਜਾਂਦਾ। ਖਰਬੂਜੇ ਨੂੰ ਦੇਖ ਕੇ ਖਰਬੂਜਾ ਰੰਗ ਫੜਦਾ ਆ। ਸੋ ਇਸ ਤਰ੍ਹਾਂ ਜਦੋਂ ਫਿਰ ਮੈਂ ਵੱਡੀਆਂ ਕਲਾਸਾਂ ਨੂੰ ਪੜ੍ਹਾਉਣ ਲੱਗਾ, ਜਿਵੇਂ ਮੈਂ ਪਹਿਲਾਂ ਗੱਲ ਕੀਤੀ ਆ ਵੀ ਪ੍ਰੋਫੈਸਰ ਨਰਿੰਜਨ ਸਿੰਘ ਉਹ ਨਾਵਲ ਲਿਖਦਾ ਹੁੰਦਾ ਸੀ, ਮੈਂ ਉਹਨਾਂ ਨੂੰ ਪੜ੍ਹਨ ਲੱਗ ਪਿਆ, ਉਹਨਾਂ ਦੇ ਘਰ ਗਿਆ, ਉਹਨਾਂ ਨੇ ਮੈਨੂੰ ਕਿਹਾ ਵੀ ਤੁਸੀਂ ਨਾਵਲ ਹੀ ਲਿਖਿਆ ਕਰੋ। ਸੋ ਕਵਿਤਾ ਕਹਾਣੀ ਨਾਲ ਮੈਨੂੰ ਪਿਆਰ ਹੋ ਗਿਆ, ਲਿਖਣ ਮੈਂ ਨਾਵਲ ਲਿਖਿਆ। ਇਹ ਫਿਰ ਸੂਰਜ ਉਗਵਿਆ ਤੋਂ ਬਾਅਦ ਤਲਾਸ਼ ਜਾਰੀ ਹੈ ਆਪਣੀ ਸਵੈ ਜੀਵਨੀ ਦੇ ਆਧਾਰ 'ਤੇ ਲਿਖ ਦਿੱਤਾ। ਇਹ ਮੇਰੀਆਂ 4 ਕਿਤਾਬਾਂ ਹੁਣ ਤੱਕ ਜਿਹੜੀਆਂ ਆ ਉਹ 2018 ਵਿੱਚ ਆ ਗਈਆਂ। ਫਿਰ ਜਿਹੜੀ ਇਹ ਜਦੋਂ ਅਸੀਂ ਨਾ ਕੋਈ ਗੱਲ ਇਕੱਠੇ ਹੋ ਕੇ ਕਰਦੇ ਹਾਂ, ਉਹਦੇ ਵਿੱਚ ਅਸੀਂ ਸਲਾਹ ਮਸ਼ਵਰਾ ਤਾਂ ਕਰ ਸਕਦੇ ਹਾਂ, ਪਰ ਜਿਹੜਾ ਲੌਜਿਕ ਹੁੰਦਾ, ਆਈਡੀਓਲੋਜੀ ਹੁੰਦੀ, ਵਿਚਾਰਧਾਰਾ ਹੁੰਦੀ, ਇੱਕ ਇਨਸਾਨ ਦੀ ਹੁੰਦੀ ਹੈ। ਉਹਨੂੰ ਪਹਿਲਾਂ ਪੜ੍ਹਨਾ ਪੈਂਦਾ, ਫਿਰ ਸਮਝਣਾ ਪੈਂਦਾ, ਫਿਰ ਸਟੱਡੀ ਕਰਨੀ ਪੈਂਦੀ, ਫਿਰ ਆਈਡੀਓਲੋਜੀ ਬਣਦੀ। ਜਦ ਮੈਨੂੰ ਆਈਡੀਓਲੋਜੀ ਬਣੀ, ਮੈਂ ਕਿਹਾ ਕੈਨੇਡਾ ਆ ਕੇ ਮੈਂ ਪੰਜਾਬੀ ਲਈ ਕੀ ਕੀਤਾ। ਮੈਨੂੰ ਰੇਡੀਓ ਵਾਲੇ ਵੀ ਲੈ ਜਾਂਦੇ, ਪ੍ਰਾਈਮ ਏਸ਼ੀਆ ਵਾਲੇ ਵੀ, ਰੈੱਡ FM ਵਾਲੀ, ਸਮੁੰਦਰੋਂ ਪਾਰ ਵਿੱਚ ਮੈਂ ਆਪਣੇ ਕਈ ਪ੍ਰੋਗਰਾਮ ਦਿੱਤੇ ਆ, ਅਤੇ ਪ੍ਰਾਈਮ ਏਸ਼ੀਆ ਵਿੱਚ ਵੀ ਮਨਮੋਹਨ ਸਿੰਘ ਮੈਨੂੰ ਲੈ ਕੇ ਜਾਂਦੇ ਰਿਹਾ ਘਰੋਂ ਇੰਟਰਵਿਊ ਲਈ। ਅਤੇ ਉਹ ਮੈਂ ਕਿਹਾ ਵੀ ਮੇਰੇ ਅੰਦਰ ਕੁਛ ਹੈ ਵੀ ਕੈਨੇਡਾ ਵਿੱਚ ਇੱਕ ਪੰਜਾਬੀ ਜਿਹੜੀ ਉਹਦਾ ਕਾਫੀ ਯੋਗਦਾਨ ਹੈ, ਮੈਂ ਕੀ ਕਰ ਸਕਦਾ। 10 ਸਾਲਾਂ ਵਿੱਚ ਲੋਕ ਕਵੀ ਗੁਰਦਾਸ ਆਲਮ ਨਾਂ 'ਤੇ ਇੱਕ ਸਾਹਿਤ ਸਭਾ ਦਾ ਗਠਨ ਕੀਤਾ। ਉਹਦੇ ਵਿੱਚ ਕੋਈ ਪ੍ਰਧਾਨ ਨਹੀਂ ਬਣਾਇਆ, ਕਿਉਂਕਿ ਪ੍ਰਧਾਨ ਨੂੰ ਬਣਾਉਣਾ ਸੌਖਾ ਪਰ ਲਾਉਣਾ ਬਹੁਤ ਔਖਾ ਹੈ। ਉਹ ਫਿਰ ਆਪਸ ਵਿੱਚ ਹੀ ਬਣ ਜਾਂਦਾ। ਇਹ ਮੈਂ ਕਿਹਾ ਇਹਦੀ ਵਿਚਾਰਧਾਰਾ 'ਤੇ ਕੰਮ ਕਰਿਆ ਕਰਾਂਗੇ। 5 ਸਾਲ ਵਿੱਚ ਮੈਂ ਨਾਵਲ ਲਿਖਿਆ ਤਲਾਸ਼ ਜਾਰੀ। ਸੋ ਮਈ ਦਿਵਸ 'ਤੇ ਜਿਹੜਾ ਸੀਗਾ 12 ਮਈ 2018 ਨੂੰ ਲੋਕ ਕਵੀ ਗੁਰਦਾਸ ਆਲਮ ਸਾਹਿਤ ਸਭਾ ਕੈਨੇਡਾ ਦਾ ਗਠਨ ਕਰਕੇ 2018 ਨੂੰ ਆਪਣਾ ਨਾਵਲ ਲਿਖ ਕੇ ਰਿਲੀਜ਼ ਕੀਤਾ। ਇਹ ਮੈਨੂੰ ਇੱਕ ਸੰਤੁਸ਼ਟੀ ਜਿਹੀ ਹੋਈ, ਜਿੱਦਾਂ ਆਪਣੇ ਹੈਗੀ ਆ ਫਰੇਜ਼ਰ ਦਰਿਆ ਆ, ਇਹ ਜਿਹਦੀ ਖੋਜ ਕਰਨ ਗਿਆ ਵੀ ਕਿੱਥੋਂ ਕਿ ਨਿਕਲਿਆ। ਇਹਦੀ ਲੰਬਾਈ ਜਿਹੜੀ 1375 ਆ, 1375 ਹੈਗੀ ਆ ਵੀ ਲੰਬਾਈ ਜਿਹੜੀ ਆ। ਵੀ ਉਹ ਜਦੋਂ ਖੋਜ ਕਰਨ ਗਏ ਤਾਂ 3 ਖੋਜੀ ਗਏ ਸੀ, 3 ਜਣੇ। ਉਹ ਜਦੋਂ ਹੁਣ ਇੱਕ ਦਿਨ 'ਚ ਤਾਂ ਪਤਾ ਨਹੀਂ ਸੀ ਲੱਗਣਾ, ਮਾਊਂਟੇਨ ਪਹਾੜੀਆਂ 'ਚੋਂ ਨਿਕਲਣਾ, ਉਹ ਤੁਰੇ ਜਾਂਦੇ ਥੱਕ ਗਏ। ਉਹਨਾਂ ਵਿੱਚੋਂ 2 ਕਹਿੰਦੇ ਆ ਵੀ ਆਪਾਂ ਕੁਝ ਖਾ ਪੀ ਲਈਏ, ਰੋਟੀ ਪਾਣੀ ਦਾ ਕਰੀਏ। ਉਹ ਜਿਹੜਾ ਫਰੇਜ਼ਰ ਸੀ ਉਹ ਕਹਿੰਦਾ ਹਾਂ ਲੈ ਆਓ, ਤੁਸੀਂ ਰੋਟੀ ਪਾਣੀ ਦਾ ਲੈ ਆਓ, ਆਪਾਂ ਖਾ ਲੈਂਦੇ ਹਾਂ। ਅਸਲ ਵਿੱਚ ਉਹ ਰੋਟੀ ਪਾਣੀ ਚਲੇਗਾ, ਉਹ ਅੱਗੇ ਤੁਰ ਪਿਆ, ਉਹ ਖੋਜ ਕਰਨ ਚਲੇ ਗਿਆ, ਉਹ ਖਾਣ ਪੀਣ ਲੈਣ ਚਲੇ ਗਿਆ। ਉਹ ਉਹਨੂੰ ਨਹੀਂ ਮਿਲੇ, ਉਹ ਉਹਨੂੰ ਨਹੀਂ ਮਿਲੇ। ਉਹ ਖੋਜ ਫਰੇਜ਼ਰ ਦੇ ਨਾਂ 'ਤੇ ਹੋ ਗਈ। ਤੁਰੇ 3 ਸੀ, ਫਰੇਜ਼ਰ ਦੇ ਨਾਂ 'ਤੇ ਹੋ ਗਈ
ਵੀ ਸਾਈਮਨ ਫਰੇਜ਼ਰ ਦੀ ਖੋਜ ਜਿਹੜੀ ਆ ਦਰਿਆ ਦੀ ਇਹ ਇੱਕ ਨੇ ਕੀਤੀ। ਉਹਦੇ ਨਾਂ 'ਤੇ ਦੇਖੋ ਖੋਜ ਤੁਰਦੇ ਆਪਾਂ ਇਕੱਠੇ ਆ, ਪਰ ਜਿਹੜੀ ਆਈਡੀਓਲੋਜੀ ਵਿਚਾਰਧਾਰਾ ਉਹ ਲੈ ਕੇ ਇਨਸਾਨ ਤੁਰਦਾ ਆ, ਉਹ ਫਿਰ ਕੁਝ ਭਾਸ਼ਾ ਦੇ ਵਿੱਚ ਵੀ ਸਾਹਿਤ ਦੇ ਵਿੱਚ ਵੀ ਉਹ ਯੋਗਦਾਨ ਪਾ ਸਕਦਾ ਅਤੇ ਆਪਣਾ ਵਡਮੁੱਲਾ ਯੋਗਦਾਨ ਪਾ ਕੇ ਲੋਕਾਂ ਨੂੰ ਦੱਸ ਸਕਦਾ ਆ ਵੀ ਮੈਂ ਕੀਤਾ ਆ, ਆਓ ਹੁਣ ਰਲ ਕੇ ਕਰੀਏ ਜਿਸ ਵੀ ਕਹਿਣ, ਜਿਸ ਅਸੀਂ ਵੀ ਕਰ ਸਕਦੇ ਹਾਂ। ਸੋ ਇਸ ਤਰ੍ਹਾਂ ਮੈਂ ਆਪਣੇ ਸਾਹਿਤ ਵਿੱਚ ਹੌਲੀ ਹੌਲੀ ਜਿਹੜਾ ਪੜ੍ਹਦਾ ਆ ਅਤੇ ਲਿਖਦਾ। ਜੇ ਕੋਈ ਲੇਖਕ ਇਹ ਕਹੇ ਪੜ੍ਹਨ ਤੋਂ ਬਿਨਾਂ ਮੈਂ ਲੇਖਕ ਬਣ ਜਾਵਾਂ, ਇਹ ਬਿਲਕੁਲ ਨਹੀਂ। ਤਾਂ ਫਿਰ ਰੇਤੇ ਵਿੱਚ ਤਾਂ ਕਦੇ ਤੈਰਨਾ ਨਹੀਂ ਸਿੱਖ ਹੋਣਾ, ਦਰਿਆ ਵਿੱਚ ਬਣਨਾ ਹੀ ਪੈਣਾ ਹੈ।